ਜਦੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲ ਅਵਸਥਾ ਵਿੱਚ ਸਨ ਤਾਂ ਮਾਤਾ ਜੀ ਜਿਸ ਪੰਘੂੜੇ ਵਿੱਚ ਸਾਹਿਬਜ਼ਾਦਾ ਜੀ ਨੂੰ ਸੌਣ ਵਾਸਤੇ ਤਥਾ ਖੇਡਣ ਵਾਸਤੇ ਲਟਾਉਂਦੇ ਸਨ ਉਸ ਨੂੰ ਬੜੀਆਂ ਸੁੰਦਰ ਰੇਸ਼ਮੀ ਡੋਰਾਂ ਬੰਦੀਆਂ ਹੋਈਆਂ ਸਨ। ਸੇਵਾਦਾਰ ਉਹਨਾਂ ਨੂੰ ਫੜ ਕੇ ਪੰਘੂੜੇ ਨੂੰ ਝਲਾਉਂਦੇ ਰਹਿੰਦੇ। ਬਾਲਕ ਗੁਰੂ ਜੀ ਉਸ ਵਿੱਚ ਬਾਹਾਂ ਤੇ ਲੱਤਾਂ ਉੱਚੀਆਂ ਕਰਕੇ ਖੇਡਦੇ ਅਤੇ ਬੱਚਿਆਂ ਨਾਲ ਹੱਸਣਾ ਹੱਸਦੇ। ਆਪ ਜੀ ਜਦ ਪੈਰਾਂ ਨੂੰ ਉੱਚਿਆਂ ਚੁੱਕ ਕੇ ਇੱਕ ਦੂਜੇ ਨਾਲ ਮਾਰਦੇ ਤਾਂ ਪੈਰਾਂ ਦੇ ਪੌਂਟੇ ਛਣ ਛਣ ਕਰਦੇ ਬੜੇ ਸੁੰਦਰ ਲੱਗਦੇ। ਮਾਤਾ ਗੁਜਰੀ ਜੀ ਪੰਘੂੜੇ ਪਾਸ ਬੈਠ ਕੇ ਬਾਲਕ ਗੁਰੂ ਜੀ ਨੂੰ ਖੇਡਦਿਆਂ ਵੇਖ ਕੇ ਬੜੇ ਪ੍ਰਸੰਨ ਹੁੰਦੇ ਅਤੇ ਕਦੀ-ਕਦੀ ਲਾਡ ਨਾਲ ਆਪ ਵੀ ਝਲਾਉਂਦੇ ਤੇ ਹਸਾਉਂਦੇ ਸਨ। ਜਦ ਗੁਰੂ ਜੀ ਕਾਹਲੇ ਪੈ ਜਾਂਦੇ ਤਾਂ ਕੁੱਛੜ ਚੁੱਕ ਕੇ ਦੁੱਧ ਦਿੰਦੇ ਅਤੇ ਲੋਰੀਆਂ ਦੇ ਕੇ ਖਿਡਾਉਂਦੇ ਸਨ। ਕੁਝ ਮਹੀਨੇ ਪੰਘੂੜੇ ਦੀ ਮੌਜ ਮਾਣ ਕੇ ਗੁਰੂ ਜੀ ਵਿਹੜੇ ਵਿੱਚ ਰਿੜਨ ਲੱਗ ਪਏ। ਆਪ ਜੀ ਦੀਆਂ ਅਗਲੀਆਂ ਦੋ ਦੰਦੀਆਂ ਵੀ ਨਿਕਲਣ ਲੱਗ ਪਈਆਂ। ਵਿਹੜੇ ਵਿੱਚ ਰਿੜ ਰਿੜ ਕੇ ਸੈਰ ਕਰਦੇ ਹੱਸਦੇ ਅਤੇ ਸੇਵਾਦਾਰ ਖਿਡਾਵੀਆਂ ਨੂੰ ਵੇਖ ਕੇ ਭੱਜਣ ਦਾ ਯਤਨ ਕਰਦੇ। ਖਿਡਾਵੀਆਂ ਵੀ ਬੜੀ ਸੂਝ-ਬੂਝ ਨਾਲ ਆਪ ਜੀ ਦਾ ਹਰ ਸਮੇਂ ਧਿਆਨ ਰੱਖਦੀਆਂ ਅਤੇ ਪਿਆਰ ਨਾਲ ਲੋਰੀਆਂ ਦਿੰਦੀਆਂ। ਗੁਰੂ ਜੀ ਦੇ ਹੱਥਾਂ ਦੇ ਕੜੇ, ਪੈਰਾਂ ਦੇ ਪੌਂਟੇ ਅਤੇ ਲੱਕ ਦੀ ਤੜਾਗੀ ਦੇ ਘੁੰਗਰੂ ਜਦ ਦੌੜਦੇ ਸਨ ਤਾਂ ਇਹਨਾਂ ਦੀ ਛਣ-ਛਣ ਸੁਣ ਕੇ ਸਾਰੇ ਖੁਸ਼ ਹੁੰਦੇ ਤੇ ਹੱਸਦੇ ਸਨ। ਮਾਤਾ ਨਾਨਕੀ ਜੀ ਬੜੇ ਪਿਆਰ ਨਾਲ ਆਪ ਜੀ ਨੂੰ ਇਸ਼ਨਾਨ ਕਰਾਉਂਦੇ, ਗਹਿਣੇ ਬਸਤਰ ਪਹਿਨਾਉਂਦੇ ਅਤੇ ਆਪਣੇ ਹੱਥਾਂ ਨਾਲ ਖਾਣਾ ਪੀਣਾ ਕਰਾਉਂਦੇ। ਹੁਣ ਗੁਰੂ ਜੀ ਜਦ ਬਿਨਾਂ ਕਿਸੇ ਆਸਰੇ ਦੇ ਪੈਰਾਂ ਉੱਤੇ ਖੜੇ ਹੋਣ ਲੱਗ ਪਏ ਤਾਂ ਇੱਕ ਤਰਖਾਣ ਆਪ ਜੀ ਵਾਸਤੇ ਇੱਕ ਸੁੰਦਰ ਗਡੀਰਾ ਬਣਾ ਕੇ ਲੈ ਕੇ ਆਇਆ। ਗਡੀਰੇ ਉੱਤੇ ਹੱਥ ਰੱਖ ਕੇ ਆਪ ਜੀ ਵਿਹੜੇ ਵਿੱਚ ਹੌਲੀ-ਹੌਲੀ ਤੁਰ ਕੇ ਚੱਕਰ ਲਾਉਂਦੇ ਅਤੇ ਤੋਤਲੀ ਜ਼ੁਬਾਨ ਨਾਲ ਮੂੰਹ ਤੋਂ ਕੋਈ ਚਾ, ਮਾਂ ਆਦਿਕ ਅੱਖਰ ਵੀ ਆਖਣ ਲੱਗ ਪਏ। ਆਂਡਣਾ ਗੁਆਂਢਣਾ ਆਪ ਜੀ ਵਾਸਤੇ ਅਨੇਕ ਪ੍ਰਕਾਰ ਦੇ ਸੁੰਦਰ ਖਿਡੌਣੇ ਖੇਡਣ ਵਾਸਤੇ ਅਤੇ ਮਠਾਈਆਂ ਖਾਣ ਵਾਸਤੇ ਲਿਆ ਕੇ ਦਿੰਦੀਆਂ ਅਤੇ ਦਿਨ ਭਰ ਆਪ ਜੀ ਨੂੰ ਖਿਡਾਉਂਦੀਆਂ, ਹਸਾਉਂਦੀਆਂ ਅਤੇ ਲਾਡ ਕਰਦੀਆਂ ਰਹਿੰਦੀਆਂ। ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਪ੍ਰਸੰਨ ਕਰਕੇ ਉਹਨਾਂ ਦੇ ਮੁੱਖ ਤੋਂ ਆਪਣੇ ਮਨ ਦੀਆਂ ਮੁਰਾਦਾਂ ਦੇ ਬਚਨ ਅਖਵਾ ਕੇ ਕੋਈ ਪੁੱਤਰ ਮੰਗਦੀ, ਕੋਈ ਪਤੀ ਸੁੱਖ, ਕੋਈ ਦੇਹ ਅਰੋਗਤਾ ਆਦਿਕ ਮੰਗਦੀ। ਜੋ ਵਰ ਸ਼ਰਾਪ ਦਾ ਬਚਨ ਕਿਸੇ ਨੂੰ ਗੁਰੂ ਜੀ ਦੇ ਮੁਖੋਂ ਪ੍ਰਸੰਨਤਾ ਨਾਲ ਇਉਂ ਸੁਭਾਵਕ ਹੀ ਨਿਕਲ ਜਾਂਦਾ ਉਹੀ ਪੂਰਾ ਹੋ ਜਾਂਦਾ। ਜਦ ਗੁਰੂ ਜੀ ਕੁਛ ਨੱਠਣ ਭੱਜਣ ਦੇ ਯੋਗ ਹੋ ਗਏ ਤਾਂ ਆਪ ਜੀ ਆਪਣੀ ਹਾਣੀ ਬਾਲਕਾਂ ਨਾਲ ਰਲ ਕੇ ਖੇਡਣ ਵਾਸਤੇ ਗਲੀ ਮੁਹੱਲੇ ਵਿੱਚ ਚਲੇ ਜਾਂਦੇ। ਮਾਮਾ ਕਿਰਪਾਲ ਦਾਸ ਜਾਂ ਕੋਈ ਹੋਰ ਇਤਬਾਰੀ ਸੇਵਾਦਾਰ ਸਦਾ ਹੀ ਆਪ ਜੀ ਦੇ ਨਾਲ ਰਹਿੰਦਾ। ਆਪ ਜੀ ਦੇ ਨਿਵਾਸ ਅਸਥਾਨ ਦੇ ਨੇੜੇ ਹੀ 2 ਫਰਲਾਂਗ ਤੇ ਗੰਗਾ ਨਦੀ ਵਗਦੀ ਹੈ। ਆਪ ਜੀ ਕਦੀ-ਕਦੀ ਬੱਚਿਆਂ ਦੇ ਨਾਲ ਉੱਥੇ ਇਸ਼ਨਾਨ ਕਰਨ ਤਥਾ ਬੇੜੀ ਦੀ ਸੈਰ ਕਰਨ ਵਾਸਤੇ ਵੀ ਚਲੇ ਜਾਂਦੇ ਸਨ। ਇਸ਼ਨਾਨ ਸਮੇਂ ਮਾਮਾ ਕਿਰਪਾਲ ਜੀ ਆਪ ਜੀ ਦੀ ਬਾਂਹ ਫੜ ਕੇ ਘਾਟ ਉੱਤੇ ਇਸ਼ਨਾਨ ਕਰਾਉਂਦੇ ਅਤੇ ਜਦ ਬੇੜੀ ਵਿੱਚ ਸੈਰ ਕਰਨੀ ਹੁੰਦੀ ਤਾਂ ਮਾਮਾ ਕਿਰਪਾਲ ਜੀ ਆਪ ਜੀ ਨੂੰ ਗੋਦੀ ਵਿੱਚ ਲੈ ਕੇ ਬੇੜੀ ਵਿੱਚ ਬੈਠਦੇ। ਇੱਕ ਦਿਨ ਦੀ ਗੱਲ ਹੈ ਕਿ ਆਪ ਜੀ ਮਾਮਾ ਜੀ ਦੀ ਗੋਦ ਵਿੱਚ ਬੈਠ ਬੇੜੀ ਦੀ ਸੈਰ ਕਰ ਰਹੇ ਸਨ ਤਾਂ ਗੰਗਾ ਦਾ ਪਾਣੀ ਉੱਪਰ ਹੀ ਉੱਪਰ ਚੜ੍ਹਦਾ ਆਵੇ। ਮਾਮਾ ਜੀ ਦੇ ਹੋਰ ਸਾਥੀ ਬਾਲਕ ਬਹੁਤ ਘਬਰਾਏ, ਪਰ ਅੰਤਰਜਾਮੀ ਸਤਿਗੁਰ ਜੀ ਨੇ ਆਪਣਾ ਇੱਕ ਚਰਨ ਬੇੜੀ ਵਿੱਚੋਂ ਹੇਠਾਂ ਲਮਕਾ ਕੇ ਪਾਣੀ ਨੂੰ ਚੁਹਾ ਦਿੱਤਾ। ਪਵਿੱਤਰ ਚਰਨ ਦੀ ਛੋਹ ਪ੍ਰਾਪਤ ਕਰਕੇ ਪਾਣੀ ਤਤਕਾਲ ਹੀ ਹੇਠਾਂ ਆਪਣੇ ਅਸਲੀ ਟਿਕਾਣੇ ਤੇ ਚਲਿਆ ਗਿਆ। ਇਹ ਕੌਤਕ ਵੇਖ ਕੇ ਸਾਰੇ ਸਾਥੀ ਬੜੇ ਪ੍ਰਸੰਨ ਹੋਏ ਤੇ ਗੁਰੂ ਜੀ ਨੂੰ ਪੂਰਨ ਪੁਰਖ ਜਾਣ ਕੇ ਨਮਸਕਾਰਾਂ ਕੀਤੀਆਂ। ਇਸ ਤਰ੍ਹਾਂ ਬਾਲਕਾਂ ਨਾਲ ਆਪ ਜੀ ਇੱਕ ਗੁਆਂਢਣ ਮਾਈ ਜੋ ਚਰਖਾ ਕੱਤਦੀ ਹੁੰਦੀ ਸੀ ਦੇ ਘਰ ਜਾ ਕੇ ਉਸ ਦੇ ਸੂਤਰ ਦੇ ਮੁੱਢੇ ਅਤੇ ਪੂਣੀਆਂ ਚੁੱਕ ਕੇ ਇੱਧਰ ਉੱਧਰ ਖਿਲਾਰ ਦਿੰਦੇ। ਬੁੱਢੀ ਮਾਈ ਬਹੁਤ ਤੰਗ ਪੈ ਜਾਂਦੀ ਅਤੇ ਘਰੇ ਆਣ ਕੇ ਮਾਤਾ ਜੀ ਨੂੰ ਉਲਾਮੇ ਦਿੰਦੀ। ਜਦ ਮਾਤਾ ਜੀ ਆਪ ਜੀ ਨੂੰ ਤਾੜਦੇ ਤਾਂ ਆਪ ਜੀ ਹੱਸਦੇ ਹੱਸਦੇ ਬਾਹਰ ਦੌੜ ਜਾਂਦੇ। ਇੱਕ ਦਿਨ ਮਾਈ ਨੇ ਆਪ ਜੀ ਨੂੰ ਮਾਰਨ ਵਾਸਤੇ ਇੱਕ ਛੜੀ ਆਪਣੇ ਪਾਸ ਰੱਖ ਲਈ, ਪਰ ਆਪ ਜੀ ਨੇ ਅੱਖਾਂ ਬਚਾ ਕੇ ਮਾਈ ਦੀ ਛੜੀ ਪਹਿਲਾਂ ਹੀ ਚੁੱਕ ਕੇ ਭੱਜ ਗਏ ਅਤੇ ਫਿਰ ਪੂਣੀਆਂ ਮੋਢੇ ਚੁੱਕ ਕੇ ਖਿਲਾਰ ਦਿੱਤੇ। ਜਦ ਇੱਕ ਦਿਨ ਬੁੱਢੜੀ ਨੇ ਮਾਤਾ ਜੀ ਨੂੰ ਘਰ ਜਾ ਕੇ ਦੱਸਿਆ ਕਿ ਤੁਹਾਡਾ ਕਾਕਾ ਮੈਨੂੰ ਇਸ ਤਰ੍ਹਾਂ ਬੜਾ ਤੰਗ ਕਰਦਾ ਹੈ, ਮੈਨੂੰ ਸੂਤਰ ਕੱਤਣ ਨਹੀਂ ਦਿੰਦਾ ਅਤੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਮੇਰਾ ਕੱਤਿਆ ਕਤਾਇਆ ਵੀ ਖਰਾਬ ਕਰ ਦਿੰਦਾ ਹੈ, ਤਾਂ ਮਾਤਾ ਜੀ ਨੇ ਉਸ ਦਾ ਗੁੱਸਾ ਦੂਰ ਕਰਨ ਵਾਸਤੇ ਉਸ ਨੂੰ ਕੁਝ ਪੈਸੇ ਅਤੇ ਕੁਝ ਕੱਪੜੇ ਦਿੱਤੇ। ਫਿਰ ਮਾਤਾ ਜੀ ਨੇ ਉਸ ਨੂੰ ਆਖਿਆ, ਮਾਈ ਤੂੰ ਮੇਰੇ ਬੱਚੇ ਨੂੰ ਕੋਈ ਬਦ ਅਸੀਸ ਨਾ ਦੇਵੀਂ, ਤੇਰਾ ਜੋ ਨੁਕਸਾਨ ਇਹ ਕਰੇ ਤੂੰ ਮੇਰੇ ਪਾਸੋਂ ਉਸ ਦੇ ਪੈਸੇ ਲੈ ਲਿਆ ਕਰ। ਮਾਈ ਨੇ ਕਿਹਾ, ਮੈਂ ਬਦ ਅਸੀਸ ਕੋਈ ਨਹੀਂ ਦੇਵਾਂਗੀ, ਮੇਰੇ ਘਰੇ ਭਾਵੇਂ ਇਹ ਰੋਜ਼ ਖੇਡਿਆ ਕਰੇ ਪਰ ਮੈਨੂੰ ਇਸ ਤਰ੍ਹਾਂ ਤੰਗ ਨਾ ਕਰਿਆ ਕਰੇ। ਇਸ ਦੀ ਲੱਖ ਵਰੇ ਦੀ ਉਮਰ ਹੋਵੇ, ਇਸ ਨੂੰ ਵੇਖ ਕੇ ਮੇਰੀਆਂ ਅੱਖਾਂ ਠੰਡੀਆਂ ਹੋ ਜਾਂਦੀਆਂ ਹਨ।
ਇੱਕ ਦਿਨ ਵੱਡੇ ਧਨੀ ਦੀ ਇਸਤਰੀ ਆਪਣੀਆਂ ਜਠਾਣੀਆਂ ਦਰਾਣੀਆਂ ਸਹਿਤ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਜੀ ਪਾਸ ਆਈ। ਗੁਰੂ ਜੀ ਖੇਡਦੇ ਖੇਡਦੇ ਮਾਤਾ ਜੀ ਦੀ ਗੋਦੀ ਵਿੱਚ ਆਣ ਕੇ ਬੈਠ ਗਏ। ਧਨੀ ਪੁਰਸ਼ ਦੀ ਇਸਤਰੀ ਨੇ ਆਪਣੀ ਨੂੰਹ ਨੂੰ ਮਾਤਾ ਜੀ ਦੇ ਚਰਨਾਂ ਪਾਸ ਬਿਠਾ ਕੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਏ ਹਾਂ, ਕਿਰਪਾ ਕਰਕੇ ਗੁਰੂ ਜੀ ਨੂੰ ਆਖੋ ਕਿ ਇਸ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇ ਕੇ ਇਸ ਦੀ ਕੁੱਖ ਹਰੀ ਕਰਨ। ਉਪਰੰਤ ਮਾਤਾ ਜੀ ਦੀ ਗੋਦ ਵਿੱਚ ਬੈਠ ਕੇ ਬਾਲ ਸੁਭਾਵ ਨਾਲ ਆਪਣੇ ਆਪ ਖੇਡ ਰਹੇ ਗੁਰੂ ਜੀ ਨੂੰ ਸਾਰੀਆਂ ਇਸਤਰੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇਹ ਤੁਹਾਡੇ ਇੱਕ ਵੱਡੇ ਸ਼ਾਹੂਕਾਰ ਸਿੱਖ ਦੀ ਨੂੰਹ ਹੈ, ਪੁੱਤਰ ਦੀ ਦਾਤ ਲੈਣ ਵਾਸਤੇ ਹਾਜ਼ਰ ਹੋਈ ਹੈ। ਤੁਸੀਂ ਮਿਹਰ ਕਰੋ, ਇਸ ਦੇ ਘਰ ਪੁੱਤਰ ਹੋਵੇ। ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਗੁਰੂ ਜੀ ਨੇ ਆਪਣੀ ਮਾਤਾ ਦੀ ਗੋਦੀ ਵਿੱਚ ਬੈਠ ਕੇ ਹੀ ਕਿਹਾ ਕਿ ਜੇ ਇਹ ਪੁੱਤਰ ਲੈਣਾ ਚਾਹੁੰਦੀ ਹੈ ਤਾਂ ਇਹ ਸਾਨੂੰ ਆਪਣੀ ਇੱਕ ਸੁੰਦਰ ਬੇੜੀ ਜੋ ਇਹਨਾਂ ਨੇ ਹੁਣੇ ਹੀ ਬਣਵਾਈ ਹੈ ਦੇ ਦੇਣ, ਫਿਰ ਅਸੀਂ ਪੁੱਤਰ ਦਾ ਵਰ ਦਿਆਂਗੇ। ਆਪ ਜੀ ਦੀ ਇਹ ਗੱਲ ਸੁਣ ਕੇ ਸਭ ਇਸਤਰੀਆਂ ਪ੍ਰਸੰਨ ਹੋ ਗਈਆਂ ਤੇ ਬੇੜੀ ਦੇਣੀ ਪ੍ਰਵਾਨ ਕਰ ਲਈ। ਗੁਰੂ ਜੀ ਨੇ ਮਾਤਾ ਜੀ ਦੀ ਗੋਦ ਵਿੱਚ ਉੱਠ ਕੇ ਇੱਕ ਛੂਛਕ ਫੜ ਕੇ ਉਸ ਧਨੀ ਦੀ ਨੂੰਹ ਦੇ ਸਿਰ ਉੱਤੇ 1 2 3 4 ਤੇ 5 ਗਿਣ ਕੇ ਲਾਇਆ ਤੇ ਫਰਮਾਇਆ ਇਸ ਦੇ ਘਰ 5 ਪੁੱਤਰ ਹੋਣਗੇ। ਆਪ ਜੀ ਦੇ ਇਹ ਵਾਕ ਸੁਣ ਕੇ ਸਭ ਇਸਤਰੀਆਂ ਨਾਨਾ ਪ੍ਰਕਾਰ ਦੀਆਂ ਜੋ ਭੇਟਾਂ ਲਿਆਈਆਂ ਸਨ ਉਹ ਭੇਟ ਕਰਕੇ ਧੰਨ ਗੁਰੂ ਧੰਨ ਬਾਲਕ ਗੁਰੂ ਕਹਿੰਦੀਆਂ ਪ੍ਰਸੰਨ ਚਿੱਤ ਘਰਾਂ ਨੂੰ ਚਲੀਆਂ ਗਈਆਂ। ਇਸੇ ਤਰ੍ਹਾਂ ਜੋ ਵੀ ਇਸਤਰੀ ਪੁਰਸ਼ ਸਾਹਿਬਜ਼ਾਦਾ ਜੀ ਪਾਸ ਸ਼ਰਧਾ ਧਾਰ ਕੇ ਆਉਂਦਾ ਆਪ ਜੀ ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ ਸਨ। ਹੋਰ ਬਾਲਕਾਂ ਨਾਲ ਮਿਲ ਕੇ ਆਪ ਜੀ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ, ਆਪਣੇ ਸਿਰ ਤੇ ਕਲਗੀ ਲਾਉਂਦੇ ਅਤੇ ਹੱਥਾਂ ਵਿੱਚ ਤੀਰ ਕਮਾਨ ਰੱਖਦੇ ਅਤੇ ਕਮਰ ਕੱਸਾ ਕਰਕੇ ਫੌਜੀ ਜਰਨੈਲ ਬਣ ਕੇ ਹੋਰ ਬਾਲਕਾਂ ਨੂੰ ਸਿਪਾਹੀ ਬਣਾ ਲੈਂਦੇ। ਉਹਨਾਂ ਦੀਆਂ ਟੋਲੀਆਂ ਨੂੰ ਆਮੋ ਸਾਹਮਣੇ ਖੜੀਆਂ ਕਰਕੇ ਝੂਠੀਆਂ ਲੜਾਈਆਂ ਲੜਦੇ ਅਤੇ ਇਹ ਸਭ ਕੁਝ ਇਉਂ ਜਾਪਦਾ ਕਿ ਆਪ ਯੁੱਧ ਦੇ ਰਣ ਖੇਤਰ ਦਾ ਅਭਿਆਸ ਕਰਦੇ ਹਨ। ਇੱਕ ਦਿਨ ਦੀ ਵਾਰਤਾ ਹੈ ਕਿ ਆਪ ਜੀ ਇਸ ਢੰਗ ਨਾਲ ਬਾਲਕਾਂ ਨਾਲ ਖੇਡ ਰਹੇ ਸਨ ਕਿ ਸ਼ਹਿਰ ਦਾ ਹਾਕਮ ਸਾਹਿਬ ਹਾਥੀ ਉੱਤੇ ਚੜ੍ਹ ਕੇ ਉੱਥੋਂ ਦੀ ਲੰਘ ਰਿਹਾ ਸੀ। ਉਸ ਦੇ ਅੱਗੇ ਉਸ ਦਾ ਨਕੀਬ ਆਵਾਜ਼ਾਂ ਦਿੰਦਾ ਜਾ ਰਿਹਾ ਸੀ ਕਿ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਖੜੇ ਹੋ ਕੇ ਹੱਥ ਜੋੜ ਕੇ ਸਭ ਨੇ ਸਲਾਮ ਕਰਨਾ। ਇਸ ਪਰ ਗੁਰੂ ਜੀ ਨੇ ਮੁੰਡਿਆਂ ਨੂੰ ਆਖਿਆ, ਤੁਸੀਂ ਸਾਰਿਆਂ ਨੇ ਜਦ ਨਵਾਬ ਆਵੇ ਉਸ ਨੂੰ ਮੂੰਹ ਚੜਾਉਣਾ ਤੇ ਦੰਦੀਆਂ ਵਿਖਾਉਣੀਆਂ। ਸੋ ਜਦ ਨਵਾਬ ਇਹਨਾਂ ਕੋਲੋਂ ਲੰਘਣ ਲੱਗਾ ਤਾਂ ਆਪਣੇ ਜਰਨੈਲ ਦੇ ਹੁਕਮ ਅਨੁਸਾਰ ਇਹਨਾਂ ਮੁੰਡਿਆਂ ਨੇ ਨਵਾਬ ਨੂੰ ਮੂੰਹ ਚੜਾਇਆ ਤੇ ਦੰਦੀਆਂ ਵਿਖਾਈਆਂ। ਬਾਲਕਾਂ ਦੇ ਇਸ ਕਰਤੱਵ ਵਿੱਚ ਭਾਵੇਂ ਵੱਡਿਆਂ ਦੇ ਸਤਿਕਾਰ ਦੀ ਉਲੰਘਣਾ ਸੀ, ਪਰ ਵੇਖਣਾ ਇਹ ਹੈ ਕਿ ਬਾਲਕ ਪੁਣੇ ਤੋਂ ਹੀ ਆਪ ਜੀ ਕਿਤਨੇ ਨਿਰਭੈ ਸਨ। ਨਵਾਬ ਇਹਨਾਂ ਨੂੰ ਅਖੜ ਮੁੰਡੇ ਸਮਝ ਕੇ ਸਧਾਰਨ ਹੀ ਅੱਗੇ ਲੰਘ ਗਿਆ ਸੀ। ਇੱਕ ਦਿਨ ਇੱਕ ਸਾਥੀ ਮੁੰਡਾ ਆਪ ਜੀ ਵਾਸਤੇ ਇੱਕ ਗੁਲੇਲ ਲੈ ਆਇਆ। ਗੁਲੇਲ ਲੈ ਕੇ ਆਪ ਜੀ ਬੜੇ ਪ੍ਰਸੰਨ ਹੋਏ ਅਤੇ ਗੁਲੇਲੇ ਚਲਾਉਣ ਦਾ ਅਭਿਆਸ ਕਰਨ ਵਾਸਤੇ ਆਪ ਜੀ ਨੇ ਮਿੱਟੀ ਤੇ ਪਾਣੀ ਮੰਗਵਾ ਕੇ ਸਭ ਮੁੰਡਿਆਂ ਨੂੰ ਗੁਲੇਲੇ ਵੱਟਣ ਲਾ ਦਿੱਤਾ। ਜਦ ਬਹੁਤ ਸਾਰੇ ਗੁਲੇਲੇ ਵੱਟ ਕੇ ਤਿਆਰ ਹੋ ਗਏ ਤਾਂ ਫਿਰ ਆਪ ਜੀ ਨੇ ਗੁਲੇਲਾਂ ਹੀ ਵੀ ਬਹੁਤ ਬਣਵਾਈਆਂ। ਇਸ ਤਰ੍ਹਾਂ ਗੁਲੇਲੇ ਤਿਆਰ ਕਰਕੇ ਆਪ ਜੀ ਮੁੰਡਿਆਂ ਨਾਲ ਰਲ ਕੇ ਰੋਜ਼ ਅਭਿਆਸ ਕਰਦੇ ਅਤੇ ਨਿਸ਼ਾਨੇ ਫੁੰਡ ਕੇ ਬੜੇ ਪ੍ਰਸੰਨ ਹੁੰਦੇ। ਜਿਸ ਤਰ੍ਹਾਂ ਛੋਟੇ ਛੋਟੇ ਆਪਣੇ ਮੇਚ ਦੇ ਸ਼ਸਤਰ ਵੀ ਬਣਵਾ ਕੇ ਆਪ ਜੀ ਉਹਨਾਂ ਨਾਲ ਖੇਡਦੇ ਅਤੇ ਉਹਨਾਂ ਦੇ ਚਲਾਉਣ ਦਾ ਅਭਿਆਸ ਕਰਦੇ ਰਹਿੰਦੇ। ਇਸ ਤਰ੍ਹਾਂ ਖੇਡ ਕੇ ਜਦੋਂ ਘਰ ਆਉਂਦੇ ਤਾਂ ਮਾਤਾ ਜੀ ਨੂੰ ਖੇਡਣ ਦਾ ਸਾਰਾ ਬਿਰਤਾਂਤ ਸੁਣਾ ਕੇ ਖੁਸ਼ ਹੁੰਦੇ। ਮਾਤਾ ਜੀ ਮੂੰਹ ਸਿਰ ਚੁੰਮਦੇ, ਪਿਆਰ ਕਰਦੇ ਅਤੇ ਅਸੀਸਾਂ ਦਿੰਦੇ ਸਨ। ਇਸ ਤਰ੍ਹਾਂ ਬੀਤਿਆ ਬਾਲ ਗੋਬਿੰਦ ਸਾਹਿਬ ਦਾ ਜਿਹੜਾ ਬਚਪਨ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।